ਸੋ ਦੋਸਤੋ, ਵਤਨ ਦੂਰ ਟੈਲੀਵਿਜ਼ਨ ਦੇਖ ਰਹੇ ਹਾਂ ਔਰ ਵਤਨ ਦੂਰ ਦੇ ਵਿੱਚ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਵੱਖਰੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇ। ਇਸ ਵਾਰ ਹਿੰਦੁਸਤਾਨ ਦੀ ਫੇਰੀ ਦੇ ਉੱਤੇ ਹਿੰਦੁਸਤਾਨ ਦੀ ਸ਼ਾਨ ਜੋ ਕਿ ਹਰਿਆਣੇ ਦੇ ਮੁੱਖ ਮੰਤਰੀ ਸੀਐਮ ਸਾਹਿਬ 2 ਵਾਰ ਬਣ ਚੁੱਕੇ ਮੁੱਖ ਮੰਤਰੀ ਨੇ ਔਰ ਤੀਜੀ ਵਾਰੀ ਫਿਰ ਪਬਲਿਕ ਦੀ ਡਿਮਾਂਡ ਹੈ। ਅੱਜ ਉਹਨਾਂ ਦੇ ਅਸੀਂ ਗ੍ਰਹਿ ਵਿਖੇ ਪਹੁੰਚੇ ਹਾਂ ਔਰ ਸਤਿਕਾਰਯੋਗ ਚੌਧਰੀ ਭੁਪਿੰਦਰ ਸਿੰਘ ਹੁੱਡਾ ਜੀ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਹੁੱਡਾ ਸਾਹਿਬ, ਸਭ ਤੋਂ ਪਹਿਲਾਂ ਟੈਲੀਵਿਜ਼ਨ ਦੇ ਵਿੱਚ ਜੀ ਆਇਆਂ ਨੂੰ, ਵੈਲਕਮ ਟੂ। ਧੰਨਵਾਦ। ਸੋ ਹੁੱਡਾ ਸਾਹਿਬ, ਕੈਨੇਡਾ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਅਨਾਉਂਸਮੈਂਟ ਇੱਥੇ ਕੀਤੀ ਸੀ, ਸਾਰਿਆਂ ਨੇ ਸੁਣ ਕੇ ਬੜੀ ਖੁਸ਼ੀ ਮਹਿਸੂਸ ਕੀਤੀ ਪੰਜਾਬੀ ਦੇ ਕਰਕੇ, ਕਿ ਇੱਕ ਤਾਂ ਤੁਸੀਂ ਪੰਜਾਬੀ ਨੂੰ ਹਰਿਆਣੇ ਦੀ ਸੈਕੰਡ ਲੈਂਗੁਏਜ ਜਿਹੜੀ ਦਿੱਤੀ ਹੈ ਮਾਨਤਾ, ਕਿਉਂਕਿ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਵੀ ਪੰਜਾਬੀ ਨੂੰ ਸੈਕੰਡ ਜਿਹੜੀ ਮਾਨਤਾ ਦਿੱਤੀ ਗਈ ਆ, ਤੇ ਇਸ ਤੋਂ ਇਲਾਵਾ ਜਿਹੜੀ ਹਰਿਆਣੇ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਜਿਹੜੀ ਮਾਨਤਾ ਦਿੱਤੀ ਆ, ਤੁਸੀਂ ਉਹਦੇ ਬਾਰੇ 'ਚ ਕੁਝ ਕਹਿਣਾ ਚਾਹੁੰਦੇ ਹੋ ਕੈਨੇਡਾ ਵਾਸੀਆਂ ਨੂੰ? ਕਿਉਂਕਿ ਜਿਹੜਾ ਹਰਿਆਣਾ ਹੈ, ਮੈਂ ਪੰਜਾਬ 'ਚ ਜੰਮਿਆ ਸੀ। ਹਾਂਜੀ। ਉਸ ਵੇਲੇ ਪੰਜਾਬ ਇੱਕੋ ਹੀ ਸੀ। ਉਹਦੇ ਬਾਅਦ 2 ਪ੍ਰਦੇਸ਼ ਬਣ ਗਏ, ਹਰਿਆਣਾ ਤੇ ਪੰਜਾਬ। ਛੋਟੇ ਵੱਡੇ ਭਰਾ ਹੈ ਦੋਨੋਂ। ਤਾਂ ਪੰਜਾਬੀ ਬਹੁਤ ਸਾਡੀ ਜੋ ਜਨਸੰਖਿਆ ਹੈ ਉਹ ਪੰਜਾਬੀ ਦੇ ਵਿੱਚ ਗੱਲ ਕਰਦੀ ਹੈ। ਤਾਂ ਇਸ ਵਾਸਤੇ ਲੋਕਾਂ ਦੀ ਡਿਮਾਂਡ ਸੀ ਕਿ ਪੰਜਾਬੀ ਸੈਕੰਡ ਲੈਂਗੁਏਜ ਹੋਣੀ ਚਾਹੀਦੀ ਹੈ। ਤਾਂ ਉਹ ਮੈਨੂੰ ਕਿ ਇਸ ਟਾਈਮ ਵੀ ਆਪਾਂ ਨੂੰ ਬਹੁਤ ਜਿਹੜੇ ਪੰਜਾਬੀ ਆਪਣਾ ਪੂਰੀ ਕੰਟਰੀ ਦੇ ਵਿੱਚ ਦੇਖ ਰਹੇ ਪ੍ਰੋਗਰਾਮ। ਇੱਕ ਹੋਰ ਜਿਹੜੀ ਵੱਡੀ ਗੱਲ, ਕਿਉਂਕਿ ਜਿਹੜੇ ਲੋਕ ਜਿੱਦਾਂ ਇੱਥੋਂ ਛੱਡ ਕੇ ਵਿਦੇਸ਼ 'ਚ ਰਹਿੰਦੇ, ਇੱਦਾਂ ਹੀ ਕੁਝ ਲੋਕ ਜਿਹੜੇ ਇੱਥੇ ਹਰਿਆਣੇ 'ਚ ਆਏ ਸੀ ਪੰਜਾਬ ਤੋਂ ਮੂਵ ਹੋ ਕੇ, ਜਿਨ੍ਹਾਂ ਨੂੰ ਤੁਸੀਂ ਪਟੇ ਦੀ ਜਿਹੜੀ ਜ਼ਮੀਨ ਦਾ ਕੀਤਾ ਸੀ ਐਲਾਨ, ਉਹ ਤੁਸੀਂ ਉਹਨਾਂ ਨੂੰ ਹੁਣ ਓਨਰਸ਼ਿਪ ਦੇਣ ਦਾ ਐਲਾਨ ਕੀਤਾ। ਉਹਦੇ ਲਈ ਵੀ ਤੁਹਾਨੂੰ ਇੱਕ ਜਿੱਥੇ ਵਧਾਈ ਹੈ ਔਰ ਇਸ ਜਿਹੜਾ ਉਪਰਾਲਾ ਕੀਤਾ ਉਹਦੇ ਲਈ ਕੀ ਕਹਿਣਾ ਚਾਹੁੰਦੇ ਹੋ? ਧੰਨਵਾਦ। ਵੀ ਇਹ ਜਿਹੜੇ ਆਏ ਸੀ ਪਟੇਦਾਰ ਜਿਹਨੂੰ ਕਹਿੰਦੇ ਤੁਸੀਂ, ਇਹ ਪਹਿਲਾਂ ਜਦ ਹਿੰਦੁਸਤਾਨ ਦੇ ਪਾਕਿਸਤਾਨ ਦੇ 2 ਟੁਕੜੇ ਹੋਏ, ਉੱਥੇ ਵਿਸਥਾਪਿਤ ਹੋ ਕੇ ਇੱਥੇ ਆਏ ਸੀ ਜੀ ਬਹੁਤ ਸਾਰੇ ਲੋਕ ਇਹਨਾਂ 'ਚ। ਪ੍ਰਤਾਪ ਸਿੰਘ ਕੈਨੋ ਜੀ ਨੇ 1953 ਦੇ ਐਕਟ ਅਨੁਸਾਰ ਇਹ ਜ਼ਮੀਨ ਅਲਾਟ ਕੀਤੀ ਸੀ। 20 ਸਾਲਾਂ ਦਾ ਪੱਟਾ ਦਿੱਤਾ ਸੀ ਜੀ। 20 ਸਾਲਾਂ ਦਾ ਪੱਟਾ। 86 ਦੇ ਬਾਅਦ ਬਹੁਤ ਸਾਰੇ ਮੁਕੱਦਮੇ ਚਲੇ, ਕੋਰਟਾਂ 'ਤੇ ਲੋਕ ਤੇ ਰਹੇ ਬਹੁਤ। ਉਸ ਵੇਲੇ ਗੌਰਮੈਂਟ ਨੇ ਪੱਟੇ ਕੈਂਸਲ ਕਰਨ ਦੀ ਪ੍ਰਤੀਕਿਰਿਆ ਚਲਾਈ। ਮੇਰੇ ਤੋਂ ਪਹਿਲਾਂ ਜਿਹੜੀ ਗੌਰਮੈਂਟ ਸੀ ਉਹਨਾਂ ਨੇ ਵੀ ਇਹਨਾਂ ਦਾ ਉਜਾੜਨ ਦਾ ਕਈ ਕਦਮ ਉਠਾਏ। तो साढ़े चट्ठा साहब मंत्री हैं मेरे नाल, उसी इलाके दे हैं। रणदीप सुरजेवाला जी हैं और बहुत सारे साथी मैनू मिले। तो उन्हें कहा ये जाती है, मैं जानता हाँ जिन्हों की पीढ़ियां दर पीढ़ियां इतने खेती करती रही, जिन्होंने ये इलाका आबाद कराया। इतने बड़ा जंगल सी, हाँ जी, जंगली जानवर सी, इन्होंने जंगल कट कट के ये ज़मीन खेती लायक बनाई है। हुण ये बड़ी दरखाज खेती ज़मीन बन गई है, बहुत चंगी फसल होंदी होंदी है। सब इन्हां दी मेहनत नूं सिरे जांदा है। हुण कित्थे जाए उन्होंने? तो इस वाले असीं फैसला किया किसी नूं विस्थापित नहीं करना। जे पहले ही बेचारे उजड़ के आए, विस्थापित होके आए, फिर दोबारा विस्थापित हो तो की उन्हां दा भविष्य रहेगा, की कित्थे जाणगे, की करनगे? बड़ी मुसीबत की गल सी। तो हरियाणा सरकार ने फैसला लिया कि इन्हां नूं 99 साल का पट्टा दिया जाए ताकि एक किस्म से ये मालिक बन। सो बहुत वधिया उपराला किया जी जो हरियाणा सरकार ने। और एक होर बड़ी जी देखने जो भी NRI लोग बाहर तो आते हैं और एयरपोर्ट तो उतरते हरियाणे एंट्री करते और हरियाणे की खुशहाली देख के, डिवेलपमेंट देख के बड़े खुश होंगे हैं। की कारण है कि पंजाब नालों वध तरक्की कर रहा हरियाणा इस टाइम? 2005 जब इतने कांग्रेस सरकार बनी तो असी नई नीतियाँ लेके आए, इंडस्ट्रियल पॉलिसी नई लेके आए थे, इन्वेस्टमेंट आई और एक माहौल जो खराब हुआ माहौल थे उन्होंने सुधारन के वास्ते बहुत सारे ऐसे कदम उठाए। हाँ जी। और इन्वेस्टमेंट फ्रेंडली प्रदेश ये साडा बन गया है। और 66 तो लेके 2005 तक केवल इन्वेस्टमेंट 41,000 करोड़ सी। हुन जो है 66,000 करोड़ तो इन्वेस्टमेंट हो चुकी है और 1 लाख करोड़ के करीब जो है इन्वेस्टमेंट पाइपलाइन चे है। और पर कैपिटा इन्वेस्टमेंट अगर तुसी पूरे देश का हिसाब लगाओ, 2005 से 5 हरियाणा प्रदेश 14वें नंबर सी, 14वें नंबर पे, नाउ नंबर 1 पर है। तो ये पॉलिसी लोगों को विश्वास, जेडे इन्वेस्टर्स हैं उन्होंने विश्वास, उद्योगपतियों ने विश्वास, जेडे और कार्य करते हैं सबनों विश्वास है। कानून व्यवस्था चंगी है तो लोग अपने आप सुरक्षित महसूस करते हैं।
अपनी इन्वेस्टमेंट ਨੂੰ ਸੁਰੱਖਿਅਤ ਮਹਿਸੂਸ ਕਰਦੇ हैं। यही कारण है कि 2005 ਚ पंजाब ਦਾ प्लान बजट हरियाणा तो ਵੱਧੋ ਸੀ, काफ़ी हाँ जी ज़्यादा सी पंजाब ज़्यादा थी, ਹੁਣ जो है हरियाणा ਦਾ ज़्यादा है। ਸੋ ਸਾਡੇ ਜਿਹੜੇ ਬਹੁਤ ਲੋਕ ਇੱਥੋਂ ਸ਼ੁਰੂ ਚ ਗਏ ਸੀ ਰੋਜੀ ਰੋਟੀ ਦੇ ਲਈ, ਉੱਥੇ ਕੈਨੇਡਾ ਚ ਵਸ ਰਹੇ ਸੀ, ਮਿਹਨਤ ਕਰਕੇ ਬਹੁਤ ਉਹਨਾਂ ਨੇ ਨਾਮ ਖੱਟਿਆ, ਆਪਣੇ ਕਲਚਰ ਨੂੰ ਵੀ ਪ੍ਰਮੋਟ ਕੀਤਾ। ਸੋ ਉੱਥੇ ਜਿਹੜੇ ਲੋਕ ਹੈ ਉਹ ਚਾਹੁੰਦੇ ਆ ਕਈ ਵਾਰੀ ਕਿ ਉਸ ਵਤਨ ਚ ਮੈਂ ਵਾਪਸ ਆਵਾਂ, ਕੁਝ ਇਨਵੈਸਟ ਕਰਾਂ। ਕੋਈ ਇਹੋ ਜਿਹੇ ਉਪਰਾਲੇ ਸਰਕਾਰ ਕਰ ਰਹੀ ਹੈ ਕਿ ਲੋਕ ਉਹਨੂੰ ਬਹੁਤ ਸਾਰੀ ਸੁਵਿਧਾ ਦਿੰਦੇ, NRI ਨੂੰ बहुत ही सुविधा देते हैं। हाँ जी, प्लॉटां की अलॉटमेंट च और काफ़ी सुविधाएं देते हैं। और बहुत इत्थे तो 1000 तो ज़्यादा जो है बाहर दी कंपनियां इत्थे आके इन्वेस्ट किया है हरियाणा च, तो उन्होंने तो असी वेलकम करते हैं और बहुत लोग आते भी हैं, उन्होंने सुविधा भी देंगे, आओ जी भी कहते हैं उन्होंने, और पूरी जिस चीज़ की भी लोड़ है वो हम मदद करते हैं। कोई स्पैशल स्कीम है कोई NRI लोगों के लिए? हाँ, स्पैशल स्कीम बनाई ਸੋ ਇੱਕ ਹੋਰ ਪਤਾ ਲੱਗਿਆ ਜੀ ਕਿ ਖਾਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਇਲੈਕਟ੍ਰਿਸਿਟੀ ਦੀ ਬੜੀ ਪ੍ਰੋਬਲਮ ਪਰ ਹਰਿਆਣੇ 'ਚ ਨਹੀਂ ਉਹ ਆ ਰਹੀ, ਔਰ ਤੁਸੀਂ ਜਿਹੜਾ ਨਵਾਂ ਇੱਕ ਉਹਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਸੋਚਿਆ ਉਹਦੇ ਬਾਰੇ 'ਚ ਕੀ ਹੈ? ਪ੍ਰਾਈਵੇਟ ਥਰਮਲ ਪਲਾਂਟ ਲਾਇਆ ਸੀ, ਪ੍ਰਾਈਵੇਟਾਈਜੇਸ਼ਨ ਨਹੀਂ ਕਰਦੇ ਪਏ, ਲੇਕਿਨ 2000 ਮਤਲਬ 1966 'ਚ ਹਰਿਆਣਾ ਬਣਾ ਸੀ। 1966 ਤੋਂ 2005 ਤੱਕ ਇੱਥੇ ਕੁੱਲ ਆਪਣੀ ਜਨਰੇਸ਼ਨ ਜਿਹੜੀ ਸੀ हरियाणा ਦੀ 1587 मेगावाट थी। हाँ जी, तो नए 4 कारखाने असी लगाए हैं थर्मल प्लांट, एक यमुनानगर च, 2 झज्जर च, एक हिसार च। तो कैपेसिटी अपनी जनरेशन जो है वो 1587 तो बढ़कर 5300 मेगावाट हो चुकी थे। अब बाहर तो भी असी परचेज एग्रीमेंट भी किया है, तो अच्छी चंगी सप्लाई है साढ़े। ਸੋ ਹੁੱਡਾ ਸਾਹਿਬ ਜਿੱਦਾਂ ਸਾਰੇ ਤੁਹਾਨੂੰ ਜਾਣਦੇ ਆ ਜੇ ਇੱਕ ਪੋਲੀਟੀਕਲ ਲੀਡਰ ਹੋ, ਬੜੇ ਅੱਛੇ ਤੁਸੀਂ ਲੀਡਰ ਹੋ, ਔਰ 2 ਵਾਰੀ ਤੁਹਾਨੂੰ ਉਹਨਾਂ ਨੇ ਬਹੁਮਤ ਦੇ ਕੇ ਜਿਤਾਇਆ, ਤੀਜੀ ਵਾਰੀ ਵੀ ਜਦੋਂ ਹੁਣ ਅਸੀਂ ਰਿਸਰਚ ਕੀਤੀ ਲੋਕਾਂ ਦੀ ਬਹੁਤ ਤੁਹਾਡੇ ਤੇ ਆਸ ਹੈ। ਸੋ ਥੋੜਾ ਜਿਹਾ ਆਪਣਾ ਪਿਛੋਕੜ ਦੱਸੋ, ਕਿਉਂਕਿ ਤੁਹਾਡੀ ਜਿਹੜੀ ਸਿਆਸੀ ਜ਼ਿੰਦਗੀ ਕਿੱਦਾਂ ਸ਼ੁਰੂ ਹੋਈ, ਇਹ ਵੀ ਪਤਾ ਲੱਗਾ ਕਿ ਤੁਹਾਡੇ ਫਾਦਰ ਸਾਹਿਬ ਜਿਹੜੇ ਉਹ ਵੀ ਇੱਕ ਬਹੁਤ ਵਧੀਆ ਸੰਘਰਸ਼ ਕੀਤਾ ਉਹਨਾਂ ਨੇ ਇੱਥੋਂ ਜਿਹੜੀ ਆਜ਼ਾਦੀ ਦੇ ਵਾਸਤੇ। मेरे पिताजी भी तो मेरे दादाजी भी हाँ जी स्वतंत्रता सेनानी ने देश की आज़ादी की लड़ाई लड़े। तो साडा संबंध पिछों लाला लाजपत राय दे नाल, शहीद भगत सिंह दे परिवार दे नाल, ते पंडित मोतीलाल नेहरू दे परिवार दे नाल बड़े घनिष्ठ संबंध रहे हैं जी। मेरे पिताजी महात्मा गांधी के नेतृत्व च पूरी लड़ाई लड़ी। वो 8 विभिन्न जेलों च रहे, आज़ादी लड़ाई लड़ी। 4 आज हिंदुस्तान च हैं और जेल 4 आज पाकिस्तान में। उसके बाद वो संविधान सभा के मैंबर बने, वो विभिन्न 7 सदनों के सदस्य रहे, कॉन्स्टिट्यूएंट असैम्बली, कॉन्स्टिट्यूएंट लेजिस्लेटिव असैम्बली, प्रोविजनल पार्लियामेंट, लोक सभा, पंजाब असैम्बली, हरियाणा असैम्बली, राज्यसभा। दुनिया च कोई डेमोक्रेसी च 7 विभिन्न सदनों का सदस्य नहीं रहा, वो 7 सदनों के सदस्य ने। तो उन्होंने बहुत सेवा की लोगों की, खास तौर पे किसानों की आवाज़ लोक सभा च भी, संविधान सभा च भी, विधान सभा से भी। और भाखड़ा डैम जोड़ा है ये 22 अक्तूबर 1963 में ये पूरा होया। तो पंडित जवाहरलाल नेहरू जी जो उस वेले के प्रधानमंत्री सी साडे, वो आए थे इत्थे जी नांगल च भाखड़ा नूं समर्पित करन देशवासियों नूं। तो उस टाइम मेरे पिताजी इरीगेशन पावर मिनिस्टर सी, मैं भी उस फंक्शन च थे। तो हर कार्य च उन्होंने बहुत ईमानदारी दे नाल पूरा जीवन समाज सेवा की, विकास दे लिया। और यही मैनू सिखा गए हैं कि सब तो वड्डा काम अपना कर्म करना है। सो इस सियासी जिंदगी के संघर्ष में तुहानू मुश्किलां भी काफ़ी आईयां होणगीਆਂ? वो तो आंदी है कोई नई गल नहीं। लोगों की सेवा करन चा कोई आसान काम नहीं होंदा। बतेरे साढ़े साथी भी होंदे हैं, टंग कंचन वाले भी होंदे हैं, लेकिन अपना एक जो मेरे पिताजी ने मैंने सीख दी, अपने कर्म दे नाल वास्ता रखो, अच्छे कर्म करो, लोगों की सेवा करो, और किसी दे नाल भेदभाव ना करो, किसी दे नाल दुश्मनी ना बरतो। सो एक होर बड़ी मान की गल है जी कि तुहाडे होनहार पुत्र वो भी 3 बारी मैंबर ऑफ पार्लीमेंट बने ने। सो उस तो इलावा होर फैमिली के बारे कुछ दसना चाहोगे?
वो तो ਹੁਣ ਵੀ ਉਹ ਪਾਰਲੀਮੈਂਟ 'ਚ ਹੈ। ਹਾਂਜੀ ਬਾਕੀ ਮੇਰੇ ਦਾਦਾ ਜੀ ਵੀ ਸੀ ਰਾਜਨੀਤੀ 'ਚ, ਕਾਂਗਰਸ 'ਚ ਸੀ, ਫਰੀडम फाइटर ਸੁਤੰਤਰ ਸੈਨਾਨੀ ਸੀ। ਜੇ ਮੈਂ ਦੱਸਦਾ ਪਿਆ ਸੀ ਨਾ, ਲਾਲਾ ਲਾਜਪਤ ਰਾਏ ਦੇ ਪਿਓ ਹਾਂਜੀ ਮੁਨਸ਼ੀ ਰਾਧਾ ਕਿਸ਼ਨ ਪਰਸ਼ੀਅਨ ਦੇ ਟੀਚਰ ਸੀ, ਉਹ ਮੇਰੇ ਦਾਦਾ ਜੀ ਦੇ ਟੀਚਰ ਸੀ। तो लाला लाजपत राय का बचपन जो है वो रोहतक से गुजरा। उसके बाद मेरे बड़े दादा सिविल सर्जन हिसार बने, लाला जी उत्थे प्रैक्टिस करने लगे लॉ करके। तो लाहौर गए 1923 से। मेरे दादा जी जब चुनाव हुए सी, चुनाव लड़े तो पटिशन हुआ सी, तो लाला लाजपत राय ने वो पटिशन लड़ा सी और मेरे दादा जीते। तो इसी पर सरदार अजीत सिंह जो शहीद भगत सिंह के चाचा सी, उन्होंने तो मेरे दादा जी ने इको ही कलम तो काला पानी की सजा हुई सी और इंप्लीमेंट नहीं कर सके ब्रिटिशर, क्योंकि एकदम रिवोल्ट हो गया सी। तो उसके बाद सरदार अजीत सिंह जब नज़रबंद हुए तो मेरे दादाजी दे कोल मेरे साढ़े पिंड च सांगी च रहे। तो भगत सिंह के परिवार के नाल, लाला लाजपत राय के नाल और महात्मा गांधी के नेतृत्व आज़ादी लड़ाई लड़ी मेरे दादाजी ने, मेरे पिताजी ने। तो यही सिੱਖ ਸਾਨੂੰ ਦੇ ਗਏ। ਸੋ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਪੂਰੀ ਦੁਨੀਆ ਇੱਕ ਬਹੁਤ ਗਲੋਬਲ ਹੋਈ ਹੈ, ਇਕੱਠੀ ਹੋਈ ਹੈ, ਤੁਹਾਨੂੰ ਕੀ ਲੱਗਦਾ ਜਿਹੜਾ ਭਾਰਤ ਦਾ ਇਸ ਟਾਈਮ ਦਾ ਜਿਹੜਾ ਮਾਹੌਲ ਹੈ ਕਿ ਜਿਵੇਂ ਕੁਝ ਕੁ ਦਿਨ ਪਹਿਲਾਂ ਆਪਾਂ ਦੇਖੀਏ ਕਿ ਰੁਪਈਆ ਜਿਹੜਾ ਇੱਕਦਮ ਥੱਲੇ ਆ ਗਿਆ, ਫਿਊਚਰ ਕੀ ਲੱਗਦਾ ਹਿੰਦੁਸਤਾਨ ਦਾ? ਰੁਪਈਆ ਥੱਲੇ ਆਲੇ तो कई कारण हैं। अंतरराष्ट्रीय स्थिति में एक कारण बनता है। हाँ जी, अमरीका च स्लंप आया सी, इकनॉमिक स्लंप, उसके बाद इत्थे भी असर किया। आज दुनिया च ये असर होंदा, असर पैंदा। तो भारत फिर भी आर्थिक तौर पे मजबूत है, कोई ऐसी गल नहीं है। ਸੋ ਇਸ ਟਾਈਮ ਆਪਾਂ ਨੂੰ ਪੂਰੇ ਕੰਟਰੀ ਕੈਨੇਡਾ ਦੇ ਵਿੱਚ ਜੀ ਪੂਰੇ ਹਿੰਦੁਸਤਾਨੀ ਲੋਕ, ਹਰ ਵਰਗ ਦੇ ਲੋਕ ਜਿਹੜੇ ਉਹ ਪ੍ਰੋਗਰਾਮ ਦੇਖ ਰਹੇ ਨੇ, ਹਰ ਜਿਹੜੇ ਵੀ ਲੋਕ ਜਿਸ ਵੀ ਸਟੇਟ 'ਚੋਂ ਗਏ ਨੇ ਉਹਨਾਂ ਦੀ ਕੋਸ਼ਿਸ਼ ਹੈ ਆਪਣੇ ਕਲਚਰ, ਆਪਣਾ ਪਹਿਰਾਵਾ, ਆਪਣੇ ਖਾਣੇ ਨੂੰ ਪ੍ਰਮੋਟ ਕਰੀਏ। ਸੋ ਅਸੀਂ ਵੀ ਉੱਥੇ ਆਪਣੇ ਵਤਨੋਂ ਦੂਰ ਦੇ ਰਾਹੀਂ ਕਾਫੀ ਇੱਕ ਫੰਕਸ਼ਨ ਕਰਾਉਂਦੇ ਜਾਂ ਰਹਿੰਦੇ ਹਾਂ। ਤਾਂ ਉਹਨਾਂ ਦੇ ਵਿੱਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਪਹਿਲੀ ਵਾਰੀ ਇੱਕ ਲੇਡੀਜ਼ ਫੈਸਟੀਵਲ ਜਿਹੜਾ ਕਿ ਪਿਛਲੇ 15 ਸਾਲ ਤੋਂ ਕਰਾਉਂਦੇ, ਪਹਿਲੀ ਵਾਰੀ ਅਸੀਂ ਹਰਿਆਣੇ ਦਾ ਫੋਕ ਡਾਂਸ ਜਿਹੜਾ ਇੰਟਰੋਡਿਊਸ ਕੀਤਾ ਸੀ, ਹਰਿਆਣਵੀ ਸਾਡੀ ਟੀਮ ਦੇ ਸਾਰੇ ਸਹਿਯੋਗ ਦੇ ਨਾਲ ਔਰ ਸਾਡੇ ਸਲਾਹਕਾਰ ਗੁਲਾਬ ਜੀ ਨਾਲ, ਸਾਰੇ ਹੋਰ ਸਾਡੀ ਟੀਮ। ਸੋ ਉਹਦੇ ਬਾਰੇ 'ਚ ਤੁਸੀਂ ਕੁਝ ਕਹਿਣਾ ਚਾਹੋ? बड़ा चंगा भाईचारा उत्थे है। मैं भी गया टोरंटो च 2-3 बार गया। हाँ जी, मेरी सगी भतीजी उत्थे रहिंदी है। तो जब मैं उत्थे गया सी तो बड़े हरियाणा तो पंजाब तो बहुत लोग उत्थे इकट्ठे हुए, बड़ा मैनू चंगा लगा उत्थे। तो ये भाईचारा कायम रहना चाहिए है। अपने देश नूं नहीं भुलना चाहिए है, अपनी संस्कृति नूं नहीं भुलना चाहिए है। जो भी बंदा एक पेड़ दे जिस तरह पेड़ हाँ जी, अगर अपनी जड़ नूं भूल जाएगा तो चंगा फल नहीं देगा, फल नहीं दे सकता। इसी तरह जेड़ा भी बंदा अपनी संस्कृति नूं भूल जाएगा, अपनी देश नूं भूल जाएगा, वो प्रगति नहीं कर पाएगा। तो अच्छी चंगी गल है उत्थे भाईचारा बनाएं, अपने देश के नाल संपर्क करें, अपने देश की हित की बात करें, अपने देश का झंडा उत्ते रखें। बड़ी खुशी जी। ਔਰ ਹੁੱਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਸਾਰੀ ਟੀਮ ਵੱਲੋਂ। ਤੁਸੀਂ ਆਪਣੇ ਬਿਜ਼ੀ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕੈਨੇਡਾ ਵਾਸੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਆਪਣੇ ਵੱਲੋਂ ਹੋਰ ਕੁਝ ਕਹਿਣਾ ਚਾਹੋਗੇ ਸਾਡੇ ਪਰਿਵਾਰਾਂ ਨੂੰ? खुश रहें, सबका भविष्य उज्जवल हो, सब भाईचारे च रहें, मेल जोल देना रहें, सब खुश रहें, यही मैं कहता हूँ। बहुत बहुत थैंक यू जी।